ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਕਿਸਾਨ ਅੰਦੋਲਨ ਦੇ ਵੱਲ। ਕਿਸਾਨ ਅੰਦੋਲਨ ਦੇ ਤਹਿਤ ਕਿਸਾਨਾਂ ਦੇ ਵੱਲੋਂ ਪਾਰਲੀਮੈਂਟ ਦੇ ਸੈਸ਼ਨ ਦੇ ਦਰਮਿਆਨ ਪਾਰਲੀਮੈਂਟ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦਿੱਲੀ ਪੁਲਿਸ ਦੇ ਨਾਲ ਵੀ ਕਈ ਮੀਟਿੰਗਾਂ ਚੱਲੀਆਂ, ਪਰ ਕਿਸਾਨਾਂ ਅਤੇ ਦਿੱਲੀ ਪੁਲਿਸ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਬਣ ਸਕੀ। ਭਾਵ ਕਿ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਪਾਰਲੀਮੈਂਟ ਦੇ ਕੋਲ ਹੀ ਕਿਸਾਨ ਸੰਸਦ ਚੱਲਿਆ ਕਰੇਗੀ, ਜਿਸ ਦੇ ਵਿੱਚ ਕਿਸਾਨਾਂ ਦੇ ਮਸਲਿਆਂ ਦੇ ਸਮੇਤ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕੀਤਾ ਹੈ। ਹੋਰ ਕਈ ਐਲਾਨ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੇ ਗਏ ਨੇ। ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਧਰਨੇ ਪ੍ਰਦਰਸ਼ਨਾਂ ਨੂੰ ਵੇਖਦਿਆਂ ਹੋਇਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਧਾਰਾ 144 ਲਗਾ ਦਿੱਤੀ ਗਈ ਹੈ, ਜਿਸ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਿਸੇ ਵੀ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾਣਾ ਮੰਦਭਾਗਾ ਹੈ। ਪੰਜਾਬ ਦੀਆਂ 32 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਸੰਸਦ ਕੂਚ ਬਾਰੇ ਚਰਚਾ ਹੋਈ। ਹੋਰ ਵੀ ਕੁਝ ਫੈਸਲੇ ਹੋਏ ਨੇ। ਸੋ ਜਿਹੜੀ ਸੰਸਦ ਕੂਚ ਦਾ ਅੱਜ ਫੈਸਲਾ ਲਿਆ ਗਿਆ ਹੈ ਕਿ ਆਪਾਂ 200 ਦਾ ਜਥਾ ਜਿਹੜਾ 200 ਦਾ ਜਥਾ ਪਹਿਲਾ ਉਹ 22 ਤਰੀਕ ਨੂੰ ਸਵੇਰ ਇੱਥੋਂ 9 ਵਜੇ ਰਵਾਨਾ ਕਰਾਂਗੇ। 8 ਵਜੇ ਇੱਥੇ ਬੁਲਾ ਲਿਆ ਸਾਰੇ ਸਾਥੀਆਂ ਨੂੰ, ਜਿਨ੍ਹਾਂ ਨੇ ਜਾਣਾ ਹੈਗਾ, ਸਾਰੇ ਜਥੇਬੰਦੀਆਂ ਦੇ ਮੈਂਬਰ ਸਾਹਿਬਾਨਾਂ ਨੇ। ਸੋ ਉਹ ਇੱਥੋਂ ਜਥਾ ਰਵਾਨਾ ਕੀਤਾ ਜਾਏਗਾ ਔਰ ਸੰਸਦ ਵੱਲ ਜਾਵਾਂਗੇ ਔਰ ਸੰਸਦ ਦੇ ਅੱਗੇ ਜਾ ਕੇ ਕਿਸਾਨ ਆਪਣੀ ਸੰਸਦ ਲਗਾਉਣਗੇ ਔਰ ਉਸ ਦੇ ਵਿੱਚ ਜਿਸ ਤਰ੍ਹਾਂ ਆਮ ਸੰਸਦ ਦੇ ਵਿੱਚ ਚੱਲਦਾ ਹੈ, ਉਹਦੇ ਵਿੱਚ ਬਕਾਇਦਾ ਸਪੀਕਰ ਚੁਣਿਆ ਜਾਏਗਾ, ਡਿਪਟੀ ਸਪੀਕਰ ਚੁਣਿਆ ਜਾਏਗਾ ਔਰ ਬਕਾਇਦਾ ਉਸ ਦੇ ਵਿੱਚ ਏਜੰਡਾ ਲੱਗੇਗਾ, ਜਿਹਦੇ ਵਿੱਚ ਪਹਿਲਾ ਬਿੱਲ APMC ਐਕਟ ਜਿਹੜਾ ਹੈ ਉਹਦੇ ਬਾਰੇ 2 ਦਿਨ ਚਰਚਾ ਹੋਏਗੀ। ਇਸੇ ਤਰੀਕੇ ਦੇ ਨਾਲ ਰੋਜ਼ਾਨਾ ਜਿੰਨੇ ਦਿਨ ਸੰਸਦ ਚੱਲੇਗੀ 2-2 ਦਿਨ ਹਰ ਇੱਕ ਬਿੱਲ 'ਤੇ ਚਰਚਾ ਹੋਇਆ ਕਰੇਗੀ ਔਰ ਉਹਦੇ ਵਿੱਚ ਜਿੰਨੀਆਂ ਸਾਡੀਆਂ ਮੰਗਾਂ ਸਰਕਾਰ ਨੂੰ ਦਿੱਤੀਆਂ ਗਈਆਂ ਨੇ ਸਾਰੀਆਂ ਤੇ ਸੰਸਦ ਦੇ ਵਿੱਚ ਚਰਚਾ ਹੋਏਗੀ। ਉਧਰ ਕਿਸਾਨ ਮਸਲਿਆਂ ਨੂੰ ਲੈ ਕੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਵੱਡੇ ਹੰਗਾਮੇ ਵੇਖਣ ਨੂੰ ਮਿਲ ਰਹੇ ਨੇ। 2 ਦਿਨਾਂ ਦੇ ਇਸ ਪਾਰਲੀਮੈਂਟ ਸੈਸ਼ਨ ਦੇ ਦਰਮਿਆਨ ਬਹੁਤ ਕੁਝ ਹੋਇਆ ਹੈ ਤੇ ਅੱਜ ਪਾਰਲੀਮੈਂਟ ਸੈਸ਼ਨ ਦਾ 3ਜਾ ਦਿਨ ਹੈ। ਪਹਿਲੇ ਦਿਨ ਦੇ ਵਿੱਚ ਸ਼ਰਧਾਂਜਲੀਆਂ ਨੂੰ ਲੈ ਕੇ ਵੀ ਚਰਚਾਵਾਂ ਰਹੀਆਂ ਨੇ ਕਿ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ, ਪਰ ਸਰਕਾਰ ਦੇ ਵੱਲੋਂ ਸ਼ਰਧਾਂਜਲੀ ਨਹੀਂ ਦਿੱਤੀ ਗਈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਵੱਲੋਂ ਵੱਡੀ ਮੰਗ ਰੱਖੀ ਗਈ ਸੀ, ਪਰ ਇਸ ਮੰਗ ਨੂੰ ਨਹੀਂ ਮੰਨਿਆ ਗਿਆ। ਉਧਰ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਵੀ ਵੱਡੀ ਗੱਲ ਆਖੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤਾਨਾਸ਼ਾਹੀ ਹੁੰਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਇਹ ਸਾਫ਼ ਹੈ ਕਿ ਕਿਸਾਨਾਂ ਦੀ ਗੱਲ ਸਰਕਾਰ ਮੰਨਣਾ ਨਹੀਂ ਚਾਹੁੰਦੀ। ਕੀ ਕੁਝ ਸੁਖਦੇਵ ਸਿੰਘ ਢੀਂਡਸਾ ने किया, पहला सुनते हैं। देखो, मैं समझता हूँ बजाय इसके कि वो इसका जवाब दें किसानों के साथ जो हो रहा है, इतनी देर से किसान 8 महीने से लड़ रहे हैं, तो बजाय इसका कि वो इसका कोई हल मिले और वो अपोजिशन से बैठकर बात करें कि आओ हम कोई इसका हल निकालते हैं, तो उसकी बजाय वो बात मानने को तैयार ही नहीं, वो तो एडजर्न कर देते हैं हम, तो कोई बात ही नहीं सुनने के लिए तैयार होता है। नहीं उठाई तो जा रहे हैं पर उसको कोई सुनता नहीं ना। तो आज भी मेरा भी था एक एडजर्नमेंट मोशन और बहुत लोगों के थे, किसी का आर्टिकल 156 पर की था, तो उन्होंने चेयरमैन साहब ने बैठते ही रिजेक्ट कर दिए। सब रिजेक्ट करके जब वो रौला पड़ा तो एडजर्न कर दिया हाउस। हल तो निकलना चाहिए बैठ के, अभी तो वक्त है उनके पास, पार्लियामेंट में बैठे हल निकाल सकते हैं कि आओ भाई बैठते हैं, अपोजिशन वाले भी आओ, हम बैठ के कोई हल निकालते हैं, उसका हल निकल सकता है। कौन सा इशू है जिसका हल नहीं निकलता। उधर श्रोमणी अकाली दल के वलों भी हुण अपनी साबका भाईवाल पार्टी का विरोध किया जा रहा है। पार्लीमेंट के सैशन के दरम्यान पहुंचे सुखबीर सिंह बादल ने कहा कि उन्होंने वलों सद्दी गई प्रधान मंत्री की सर्व पार्टी बैठक के जाण तो बाईकाट कर दिता गया है ते नाल ही उन्होंने वलों पार्लीमेंट सैशन के दरम्यान भी सरकार नूं एक तो बाद एक किसानों के मुद्दे चुकण के लिए मजबूर किया जा रहा है। अज श्रोमणी अकाली दल के मैंबर पार्लीमेंट ने DSP नाल
ਪਾਰਲੀਮੈਂਟ ਹਾਊਸ ਦੇ ਬਾਹਰ ਵੀ ਧਰਨਾ ਦਿੱਤਾ ਤੇ ਪਾਰਲੀਮੈਂਟ ਦੇ ਅੰਦਰ ਵੀ, ਤੇ ਅਸੀਂ ਮਜਬੂਰ ਕਰ ਦਿੱਤਾ ਕਿ ਸੈਂਟਰ ਸਰਕਾਰ ਨੂੰ ਕਿ ਹਾਊਸ ਅਡਜਰਨ ਕੀਤਾ ਜਾਏ, ਤੇ ਉਹਨਾਂ ਨੇ ਅਡਜਰਨ ਕਰ ਦਿੱਤਾ ਹੈ। ਅੱਜ ਮੋਦੀ ਸਰਕਾਰ ਨੇ ਕੋਵਿਡ ਦੀ ਇੱਕ ਮੀਟਿੰਗ ਸੱਦੀ ਹੈ, ਆਲ ਪਾਰਟੀ ਮੀਟਿੰਗ, ਤੇ ਸ਼੍ਰੋਮਣੀ ਅਕਾਲੀ ਦਲ ਉਹ ਮੀਟਿੰਗ ਨੂੰ ਬਾਈਕਾਟ ਕਰ ਰਿਹਾ ਹੈ, ਕਿਉਂਕਿ ਅਸੀਂ ਬਾਰ-ਬਾਰ ਪ੍ਰਧਾਨ ਮੰਤਰੀ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਉਹ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੀ ਜੋ ਭਾਵਨਾ ਉਹਨਾਂ ਨੂੰ ਸਮਝਣ, ਕਿਸਾਨਾਂ ਦੇ ਹੱਕ ਵਿੱਚ ਇੱਕ ਮੀਟਿੰਗ ਸੱਜਣ, ਸਾਰੀ ਪਾਰਟੀ ਦੀ ਮੀਟਿੰਗ ਸੱਜਣ, ਤੇ ਇਹ ਕਾਲੇ ਕਾਨੂੰਨ ਤੋੜੇ ਜਾਣ। तो इस करके क्योंकि वो सद नहीं रहे तो श्रोमणी अकाली दल ਉਹਨਾਂ ਦੀ ਮੀਟਿੰਗ ਬਾਈਕਾਟ ਕਰ ਰਿਹਾ। उधर पार्लीमेंट सैशन के दरमियान किसानों को श्रद्धांजलि ना दिते जाण दे उत्ते आम आदमी पार्टी के सीनियर विधायकों ते आगूआं दे वल्लों आपो अपने पद्धर के उत्ते वड्डे बयान दागे गए। उन्हों का कहना है कि केंद्र की सरकार हुण अपणियां सारियां गल्लां तो भज रही है। जिस तरह कि किसानों को लैके वड्डियां टिप्पणियां कीतियां जा रही ने, साफ है कि सरकार किसानों के हक सोचना बंद कर चुकी है। माननीय तोमर साहब, आप अपने पद की गरिमा बनाए रखें। जो देश का मालिक है वो किसी भी बात पे अड़ सकता है। किसान हमारे देश का मालिक है और वो बिल्कुल इस बात पर अड़ा हुआ है, अड़ा रहेगा जब तक 3 काले कानून वापस नहीं होते। और दूसरी बात, जो आप गुमराहकुन प्रचार कर रहे हैं कि 22 फसलों पे MSP सुनिश्चित कर दी है, सुनिश्चित तो पहले भी थी। हमें MSP पर परचेज की गारंटी चाहिए। तोमर साहब, जब तक MSP पर परचेज की गारंटी नहीं मिलती, 3 काले कानून वापस नहीं होते, किसान घर नहीं जाएगा। उधर कांग्रेस पार्टी के सीनियर बुलारे के वलों भी केंद्र सरकार को निशाने के उत्ते लिया गया। उन्हों का कहना है कि बिजली सोध एक्ट ना लियाउण दे लई सरकार के वलों यह वादा किया गया सी किसानों के नाल मीटिंग के विच, पर हुण इन्हां नूं लियाउण दे लई जिस तरह पार्लीमेंट सैशन दे विच पहले दूजे नंबरां दे उत्ते ही पॉइंट आउट कर लिया गया। इस तो साफ है कि सरकार अपनी गल्लां तो भजदी है। इसे करके देश के किसानों नूं सरकार दीयां गल्लां ते विश्वास नहीं हुंदा। बिजली संशोधन बिल जिहड़ा केंद्र सरकार ने आपके एजेंडे 'च रखिया इस सैशन दे विच, ये सदासर धोखा है किसानां नाल। क्योंकि जदों किसानां नाल मीटिंग्स होईयां ने इन्हां दीयां ਤਾਂ ਉਹਦੇ ਵਿੱਚ ਇਹ ਗੱਲ ਮੰਨੀ ਗਈ ਸੀ ਕਿ 50% ਅਸੀਂ ਗੱਲਾਂ ਮੰਨ ਲਈਏ ਤੇ 50% ਹੈਗੀਆਂ। ਉਹਦੇ ਵਿੱਚ ਇੱਕ ਇਹ ਕਾਨੂੰਨ ਸੀ, ਦੂਜਾ ਪਰਾਲੀ ਵਾਲਾ ਕਾਨੂੰਨ ਸੀ। ਇਹ ਦੋਨੋਂ ਐਕਟੀਆਰ ਏਜੰਡੇ ਤੇ ਰੱਖੇ ਗਏ ਨੇ ਕੇਂਦਰ ਸਰਕਾਰ ਵੱਲੋਂ। ਮੈਨੂੰ ਇਹ ਦੱਸੋ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਸਾਡੇ ਰਾਹ ਖੁੱਲੇ ਆ ਤੇ ਦੂਜੇ ਪਾਸੇ ਤੁਸੀਂ ਇਹ ਕਾਨੂੰਨ ਦੁਬਾਰਾ ਜਾਰੀ ਕਰਨ ਲੱਗੇ ਹੋਏ ਹੋ। ਕੌਣ ਤੁਹਾਡੇ ਤੇ ਇਤਬਾਰ ਕਰੂਗਾ? ਕੋਈ ਜ਼ੁਬਾਨ ਤਾਂ ਰੱਖ ਲਓ। ਜੋ ਕੀਤੀ ਆ ਅੱਧੀਆਂ ਦੀ ਗੱਲ, ਤੁਸੀਂ ਸਾਰੀਆਂ ਚੀਜ਼ਾਂ ਤੋਂ ਭੱਜੇ ਜਾਂਦੇ ਹੋ। ਪੰਜਾਬ ਸਰਕਾਰ ਨੂੰ ਵੀ ਇਹ ਕਾਨੂੰਨ ਲਾਗੂ ਕਰਨ ਲਈ ਆਖਿਆ ਗਿਆ ਸੀ, ਸੰਸ਼ੋਧਨ ਕਰਨ ਨੂੰ ਆਖਿਆ ਗਿਆ ਸੀ। ਕਰੋਨਾ ਕਾਲ ਦੇ ਵਿੱਚ ਜਦੋਂ ਕੇਂਦਰ ਸਰਕਾਰ ਨੇ ਕਿਹਾ ਸੀ ਤੁਸੀਂ ਐਕਸਟਰਾ 3 ਤੋਂ 5% ਕਰਨ ਦੀ ਗੱਲ ਕਹੀ ਗਈ ਸੀ ਕਰਜ਼ੇ ਦੀ ਹੱਦ, ਤਾਂ ਉਦੋਂ ਵੀ ਸਰਕਾਰ ਨੇ ਮਨਾ ਕੀਤਾ। ਤੇ ਹੁਣ ਵੀ ਪਿੱਛੇ 3000 ਕਰੋੜ ਦੇ ਆਸ-ਪਾਸ ਦੇਣ ਦੀ ਗੱਲ ਆਖੀ ਗਈ ਸੀ ਕਿ ਇਹ ਸੋਧਾਂ ਲਾਗੂ ਕਰ ਦਿਓ, ਪਰ ਅਸੀਂ ਉਦੋਂ ਵੀ ਇਸ ਨੂੰ ਡਿਨਾਈ ਕਰਤਾ ਕਿਉਂਕਿ ਅਸੀਂ ਆਪਦੇ 14 ਲੱਖ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੰਦੇ ਹਾਂ, ਆਪਦੇ ਵਪਾਰੀ ਭਰਾਵਾਂ ਨੂੰ ਸਬਸਿਡੀ ਦਿੰਦੇ ਹਾਂ, ਆਪਦੇ SC BC ਪਰਿਵਾਰਾਂ ਨੂੰ ਸਬਸਿਡੀ ਫ੍ਰੀ ਬਿਜਲੀ ਦਿੰਦੇ ਆ। ਇਹ ਉਹਦਾ 11000 ਕਰੋੜ ਦੇ ਲਗਭਗ ਪੰਜਾਬ ਸਰਕਾਰ ਖਰਚਾ ਚੱਕਦੀ ਹੈ। ਜੇ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਗੇ ਤਾਂ ਪਾਰਲੀਮੈਂਟ ਵਿੱਚ ਵੀ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰੂਗੀ। उधर हरसिमरत कौर बादल ने भी इसनूं लैके प्रतिक्रम दिता है। हरसिमरत कौर बादल का कहना है कि सरकार की मंशा साफ समझ आ गई है कि हुण सरकार किसानों को लैके अपनी सुहृदता नहीं दिखा रही, जिस तो लगता है कि किसानों का अंदोलन होर लंबा चल सकता है। ਅਸੀਂ ਲਗਾਤਾਰ ਜਦੋਂ ਤੋਂ ਇਹ 3 ਕਾਨੂੰਨ ਆਰਡੀਨੈਂਸ ਬਣੇ, ਭਾਵੇਂ ਕੈਬਨਿਟ ਦੇ ਅੰਦਰ ਬੈਠ ਕੇ ਉੱਥੇ ਵਿਰੋਧ ਕੀਤਾ, ਪੂਰਾ ਉਹ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਉਹ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿੰਨਾ ਵੱਡਾ ਵਿਰੋਧ ਹੈ, ਕਿੰਨਾ ਵੱਡਾ ਨੁਕਸਾਨ ਹੈ। ਸਾਨੂੰ ਆਸ਼ਵਾਸਨ ਦੇਣ ਦੇ ਬਾਵਜੂਦ ਕਿ ਇਹ ਸਾਰੇ ਮੁੱਦੇ ਤੁਹਾਡੇ ਹੱਲ ਕੀਤੇ ਜਾਣਗੇ, ਕਿਸਾਨਾਂ ਨਾਲ ਗੱਲਬਾਤ ਕੀਤੀ ਜਾਊਗੀ, ਜ਼ੋਰ ਤੇ ਜ਼ਬਰ ਦੇ ਨਾਲ ਇਹਨੂੰ ਕਾਨੂੰਨ ਬਣਾ ਦਿੱਤਾ ਗਿਆ। ਇਹਦੇ ਵਿਰੋਧ 'ਚ ਤੇ ਕਿਸਾਨ ਦੇ ਅੰਦੋਲਨ ਨੂੰ ਤਕੜਾ ਕਰਨ ਵਾਸਤੇ ਕੇਂਦਰੀ ਵਜ਼ੀਰੀ ਤੋਂ ਅਸਤੀਫਾ ਦਿੱਤਾ, 35 ਸਾਲ ਪੁਰਾਣਾ ਗਠਬੰਧਨ ਤੋੜਿਆ ਤੇ ਲਗਾਤਾਰ ਕਿਸਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਲੜਾਈ ਲੜਦਾ ਰਿਹਾ। ਕਿਉਂਕਿ ਸਾਡਾ ਪੰਜਾਬ ਇੱਕ ਕਿਸਾਨੀ ਸੂਬਾ ਹੈਗਾ, ਸਾਡਾ ਕਿਸਾਨ ਬਹਾਲ ਹੈਗਾ, ਖੁਸ਼ਹਾਲ ਹੈਗਾ ਤਾਂ ਪੰਜਾਬ ਖੁਸ਼ਹਾਲ ਹੈ। ਅੱਜ ਵੀ ਤੁਸੀਂ ਪਾਰਲੀਮੈਂਟ 'ਚ ਦੇਖਿਆ ਕਿ ਕੱਲ ਸਭ ਤੋਂ ਪਹਿਲੇ ਕੰਮ ਬੰਦ ਮਤਾ ਅਸੀਂ ਅਡਜੋਰਨਮੈਂਟ ਮੋਸ਼ਨ ਲੈ ਕੇ ਆਏ, ਅੱਜ ਫੇਰ ਲੈ ਕੇ ਆਏ, ਜਿੱਥੇ ਕਾਂਗਰਸ ਵੱਡੇ ਵੱਡੇ ਦਾਅਵੇ ਕਰਦੀ ਹੈ, ਲੇਕਿਨ ਕੱਲ ਤੁਸੀਂ ਦੇਖੋ ਲੋਕ ਸਭਾ 'ਚ ਤੇ ਅੱਜ ਵੀ ਲੋਕ ਸਭਾ 'ਚ
ਕਾਂਗਰਸ ਨੇ ਕਿਸਾਨ ਦਾ ਮੁੱਦਾ ਬਿਲਕੁਲ ਨਹੀਂ ਉਠਾਇਆ, ਬਲਕਿ ਮੈਂ ਕਹਿੰਦੀ ਹਾਂ ਸਭ ਤੋਂ ਵੱਧ ਐਮਪੀਜ਼ ਕਾਂਗਰਸ ਦੇ ਪੰਜਾਬ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਹੈਗੇ, ਉਹ ਸਭ ਤੋਂ ਵੱਡੀ ਪਾਰਟੀ ਜਿਹੜੇ ਪਾਰਲੀਮੈਂਟ 'ਚ ਕਾਂਗਰਸੀ ਆ, ਉਹਨਾਂ ਨੂੰ ਵੀ ਨਹੀਂ ਮਨਾ ਸਕੇ ਕਿ ਤੁਸੀਂ ਕਿਸਾਨ ਦਾ ਮੁੱਦਾ ਉਠਾਓ, ਤਾਂ ਹੋਰ ਤੀਜੇ ਚੌਥੇ ਮੁੱਦੇ ਉਠਾਈ ਜਾਂਦੇ ਸੀਗੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਨੰਬਰ ਘੱਟ ਨੇ, ਪੁਰਜ਼ੋਰ ਅਸੀਂ ਲੜਾਈ ਲਿੱਤੀ ਹੈ, ਅਸੀਂ ਕੁਰਬਾਨੀਆਂ ਵੀ ਦਿੱਤੀਆਂ, ਫਰਜ਼ ਵੀ ਅਦਾ ਕੀਤਾ ਹੈਗਾ, ਤੇ ਆਵਾਜ਼ ਵੀ ਬੁਲੰਦ, ਭਾਵੇਂ ਘੱਟ ਆਵਾਜ਼ ਹੋਏ ਲੇਕਿਨ ਬੁਲੰਦ ਆਵਾਜ਼ ਨਾਲ ਆਪਣੇ ਕਿਸਾਨਾਂ ਨਾਲ ਖੜੇ ਆ, ਉਹਨਾਂ ਦੀ ਲੜਾਈ ਲੜਦੇ ਰਵਾਂਗੇ ਜਦੋਂ ਤਾਈਂ ਇਹ ਕਾਲੇ ਕਾਨੂੰਨ ਵਾਪਸ ਨਹੀਂ ਆਉਂਦੇ। ਤੇ ਕਿਸਾਨ ਦਾ ਇਸ ਅਪਮਾਨ ਦਾ ਬਦਲਾ ਕਿਸਾਨ ਜ਼ਰੂਰ ਲੈਣਗੇ। ਉਧਰ ਬੀਤੇ ਦਿਨੀ ਜੇਲ੍ਹ ਚੋਂ ਬਾਹਰ ਆਏ ਓਪੀ ਚੌਟਾਲਾ ਵੀ ਕਿਸਾਨ ਅੰਦੋਲਨ ਦੇ ਵਿੱਚ ਆਪਣੀ ਸ਼ਿਰਕਤ ਕਰਨ ਦੇ ਲਈ ਪਹੁੰਚੇ ਸੀ। ਹਰਿਆਣਾ ਦੇ ਦਿੱਗਜ ਕਿਸਾਨ ਆਗੂ ਮੰਨੇ ਜਾਂਦੇ ਨੇ ਓਪੀ ਚੌਟਾਲਾ, ਹਾਲਾਂਕਿ ਸਿਆਸੀ ਤੌਰ ਦੇ ਉੱਤੇ ਵੀ ਇਹਨਾਂ ਦਾ ਬਹੁਤ ਵੱਡਾ ਪ੍ਰਭਾਵ ਹਰਿਆਣੇ ਦੇ ਵਿੱਚ ਵੇਖਿਆ ਜਾਂਦਾ ਹੈ। ਓਪੀ ਚੌਟਾਲਾ ਗਾਜ਼ੀਪੁਰ ਬਾਰਡਰ ਦੇ ਉੱਤੇ ਪਹੁੰਚੇ ਸੀ, ਜਿੱਥੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਕਿਸਾਨਾਂ ਦੀ ਤਾਰੀਫ ਕਰਨ ਆਇਆ ਸੀ, ਕਿਉਂਕਿ 8 ਮਹੀਨੇ ਤੋਂ ਸਰਕਾਰਾਂ ਨੂੰ ਚੱਕਰਾਂ ਦੇ ਵਿੱਚ ਪਾ ਰੱਖਿਆ ਇਸ ਕਿਸਾਨ ਅੰਦੋਲਨ ਨੇ, ਤੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਝੁਕੇਗੀ ਤੇ ਅਸੀਂ ਕਿਸਾਨਾਂ ਦੇ ਨਾਲ ਹਾਂ। ਤੇ ਨਾਲ ਹੀ ਹਰਿਆਣੇ ਦੀ ਸਿਆਸਤ ਨੂੰ ਲੈ ਕੇ ਵੀ ਉਹਨਾਂ ਨੇ ਵੱਡੀ ਗੱਲ ਆਖੀ ਹੈ। पार्लियामेंट के मेंबर जाएंगे, मैं मेंबर नहीं हूँ। चौटाला साहब, क्या आपको लग रहा है कि विपक्ष को एकजुट होना पड़ेगा या थर्ड फ्रंट बनाने की जरूरत है? निश्चित रूप से विपक्ष इकट्ठा होगा और नया विकल्प बनेगा, फिर विपक्ष की सरकार बनेगी, सरकार का पतन होगा। क्या कांग्रेस के साथ बनेगा? नहीं, कांग्रेस और बीजेपी दोनों के अलावा तीसरा बनेगा। तीसरे फ्रंट की संभावना है क्या सर? क्षेत्रीय दलों में है वो बात? अभी ये बनती है बात, आज थोड़ी है, अंग्रेज के राज से देख लो। कितना लंबा चलने वाला है सर ये आंदोलन? आंदोलन की कोई रुकने की या चलने की सीमा नहीं होती, वो तो परिस्थितियों के अनुसार चलता है। जी, परिस्थिति क्या बोलती है सर? परिस्थिति आज ये कहती है कि 36 जात के लोग इस सरकार का पतन करना चाहते हैं। सर आप किसानों के बीच में जा रहे हैं, इससे क्या मैसेज जा रहा है? किसान का मेरे की मैं पार्टी आपकी कही मैं जाती तो है। इन किसानों को बधाई देने आया हूँ। जी, इन्होंने 8 महीने तक संघर्ष करके सरकार को मजबूत कर दिया। ਉਧਰ ਆਖਿਰਕਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਕਰਮ ਭੂਮੀ ਦੇ ਉੱਤੇ ਪਹੁੰਚੇ ਨਜ਼ਰ ਆਏ, ਜਿੱਥੇ ਅੰਮ੍ਰਿਤਸਰ ਗੋਲਡਨ ਗੇਟ ਦੇ ਉੱਤੇ ਹੀ ਨਵਜੋਤ ਸਿੰਘ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਗਿਆ। ਹਾਲਾਂਕਿ ਭਾਰੀ ਮੀਂਹ ਸੀ, ਪਰ ਮੀਂਹ ਦੇ ਬਾਵਜੂਦ ਵੀ ਸਿੱਧੂ ਸਮਰਥਕਾਂ ਦੇ ਹੌਸਲੇ ਬੁਲੰਦ ਨਜ਼ਰ ਆਏ ਨੇ। ਸਿੱਧੂ ਸਮਰਥਕਾਂ ਨੇ ਇਸ ਮੌਕੇ ਦੇ ਉੱਤੇ ਸਿੱਧੂ ਨੂੰ ਉਡੀਕਦਿਆਂ ਕਾਫੀ ਲੰਮਾ ਸਮਾਂ ਮੀਂਹ ਦੇ ਵਿੱਚ ਹੀ ਗੁਜ਼ਾਰ ਦਿੱਤਾ ਤੇ ਸਿੱਧੂ ਦੇ ਆਉਣ ਦੇ ਉੱਤੇ ਵੱਡਾ ਕਾਫਲਾ ਸਿੱਧੂ ਦੇ ਘਰ ਦੇ ਵੱਲ ਰਵਾਨਾ ਹੋਇਆ। ਜਿਸ ਤਰ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਸਮਰਥਨ ਮਿਲਿਆ, ਇਸ ਤੋਂ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਸਿਆਸਤ ਦੇ ਵਿੱਚ ਆਪਣੇ ਕਦਮ ਰੱਖਣ ਜਾ ਰਹੇ ਨੇ। ਦੇਖੋ, ਮੈਂ ਕਹਾਂਗੀ ਕਿ ਪਾਰਟੀ ਹਾਈ ਕਮਾਨ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਔਰ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਜੋ ਇਹ ਫੈਸਲਾ ਕੀਤਾ, ਸਿੱਧੂ ਸਾਹਿਬ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਅਸੀਂ ਸਾਰੇ ਇਸ ਪਾਰਟੀ ਹਾਈ ਕਮਾਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਔਰ ਅੱਜ ਸਾਰੇ ਵਰਕਰ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ, ਬੜੀ ਗਰਮਜੋਸ਼ੀ ਦੇ ਨਾਲ ਅਸੀਂ ਸਿੱਧੂ ਸਾਹਿਬ ਦਾ ਸਵਾਗਤ ਕਰ ਰਹੇ ਹਾਂ। ਗੱਲ ਹੈ ਜੀ, ਮੈਂ ਇਸ ਗੱਲ ਨੂੰ ਮੰਨਦੀ ਹਾਂ ਕਿ ਸਾਡੇ ਵਿੱਚ ਕੁਝ ਕਮੀਆਂ ਰਹਿ ਗਈਆਂ, ਲੇਕਿਨ ਅਸੀਂ ਸਾਰੇ ਰਲ ਕੇ ਇਹ ਮਸਲਾ ਜਿਹੜਾ ਪੂਰੇ ਪੰਜਾਬ ਦਾ ਹੈ, ਸਾਰੇ ਰਲ ਕੇ ਇਕਜੁੱਟ ਹੋ ਕੇ ਅਸੀਂ ਵਰਕਰ ਸਾਡੀ ਸਮੁੱਚੀ ਟੀਮ ਕਾਂਗਰਸ ਪਾਰਟੀ ਦੀ ਅਸੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਾਂਗੇ। ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈ। ਕਾਂਗਰਸ ਪਾਰਟੀ ਇੱਕ ਹੈ, ਅਸੀਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹਾਂ, ਅਸੀਂ ਸਾਰੇ ਇਕੱਠੇ ਹੋ ਕੇ ਇਹ ਜਿਹੜੀ 2022 ਦੀ ਅਗਲੀ ਚੋਣ ਹੈ ਜਿਹੜੀ ਲੜਾਂਗੇ। ਉਧਰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਪ੍ਰਤੀਕਰਮ ਆਇਆ। ਬੀਬੀ ਜਗੀਰ ਕੌਰ ਨੇ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਬੈਠਕ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਨਿਸ਼ਾਨੇ ਤੇ ਨਵਜੋਤ ਸਿੰਘ ਸਿੱਧੂ ਨੂੰ ਰੱਖਿਆ। ਕਿ ਕੁਝ ਬੀਬੀ ਜਗੀਰ ਕੌਰ ਨੇ ਕਿਹਾ, ਸੁਣੋ। ਦੇਖੋ, ਅੱਜ ਕਾਂਗਰਸ ਦੁੱਧ ਨਾਲ ਨਹੀਂ ਧੋਤੀ ਜਾਣੀ, ਜਿਹੜਾ ਮਰਜ਼ੀ ਪ੍ਰਧਾਨ ਬਣ ਜੇ। ਮੈਨੂੰ ਇੱਕ ਗੱਲ ਦੀ ਸਮਝ ਆਈ ਕਿ ਪ੍ਰਧਾਨ ਬਣ ਗਿਆ, ਇੱਕ ਗੱਲ ਦਾ ਮੈਨੂੰ ਅਜੇ ਨਹੀਂ ਸਮਝ ਆਉਂਦਾ ਵੀ ਐਕਟਿਵ ਪ੍ਰਧਾਨ ਦਾ ਕੀ ਮਤਲਬ ਹੁੰਦਾ ਹੈ। ਮੇਰੇ ਅਨੁਸਾਰ ਤੇ ਹੁੰਦਾ ਹੈ, ਮੈਂ ਪ੍ਰਧਾਨ ਹੈ, ਮੰਨ ਲਓ ਜੋ ਮੈਂ ਪ੍ਰਧਾਨ ਹਟ ਜਾ ਤੇ ਐਕਟਿੰਗ ਪ੍ਰਧਾਨ ਬਣਦਾ, ਜਦੋਂ ਪ੍ਰਧਾਨ ਨਾ ਹੋਵੇ ਐਕਟਿੰਗ ਪ੍ਰਧਾਨ ਉਹ ਹੁੰਦਾ। ਹੁਣ 4 ਐਕਟਿੰਗ ਪ੍ਰਧਾਨ ਦਾ ਅਜੇ ਸਲਾਹਕਾਰ ਤੇ ਬਣ ਸਕਦੇ ਆ, ਸਹਿਯੋਗੀ ਤੇ ਬਣ ਸਕਦੇ ਆ, ਪਰ ਇਹ ਲੋਲੀਪੌਪ ਕਾਹਦੇ ਲਈ ਦੇਈ ਜਾਂਦੇ ਵੀ ਐਕਟਿੰਗ ਪ੍ਰਧਾਨ ਦਾ ਮਤਲਬ, ਚਲੋ ਇਹਦਾ ਅਹੁਦੇ ਦਾ ਕੀ ਫਰਜ਼ ਹੈ, ਮੈਨੂੰ ਸਮਝ ਨਹੀਂ ਆਉਂਦੀ, ਸਮਝ ਨਹੀਂ ਆਈ। ਇਹਦਾ ਮਤਲਬ ਕਿ ਉਸ ਪ੍ਰਧਾਨ ਤੇ ਕੌਨਫੀਡੈਂਸ ਨਹੀਂ ਪਾਰਟੀ ਨੂੰ, ਤੇ ਪਤਾ ਨਹੀਂ ਕਿਹੜੀ ਵੇਲੇ ਨੂੰ ਲਾਉਣਾ ਪੈਣਾ ਤੇ ਫਿਰ ਦੂਜਾ ਬਣਾਉਣਾ ਪੈਣਾ। ਦੇਖੋ ਜੀ, ਨਾ ਹੋਏ ਤੇ ਨਾ ਹੋਣੇ, ਉਹੀ ਕਹਿੰਦਾ ਰਿਹਾ ਵੀ ਨਸ਼ੇ ਨਹੀਂ ਮੁੱਕੇ, ਮੈਂ ਤਾਂ ਕੈਪਟਨ ਦੇ ਖਿਲਾਫ ਹੈ। ਉਹੀ ਕਹਿੰਦਾ ਰਿਹਾ ਕਿ ਨੌਕਰੀਆਂ ਨਹੀਂ ਮਿਲੀਆਂ, ਮੈਂ ਤਾਂ ਕੈਪਟਨ ਦੇ ਖਿਲਾਫ ਹੈ। ਉਹੀ ਕਹਿੰਦਾ ਰਿਹਾ ਕਿ ਬਰਗਾੜੀ ਦਾ ਜਿਹੜਾ ਹੱਲ ਨਹੀਂ ਹੋਇਆ, ਸਜ਼ਾਵਾਂ ਨਹੀਂ ਮਿਲੀਆਂ, ਮੈਂ ਕੈਪਟਨ ਦੇ ਖਿਲਾਫ ਹੈ। ਉਹਨੇ ਕਿਹਾ ਸੁਖਜਿੰਦਰ ਰੰਧਾਵਾ ਇੱਦਾਂ ਦਾ, ਫਲਾਣਾ ਇੱਦਾਂ ਦਾ, ਅੱਜ ਫਿਰ ਇਕੱਠੇ ਹੋ ਗਏ। ਕੀ ਉਹ ਮੁੱਦੇ ਅੱਜ ਹੋ ਗਏ? ਕੀ ਕਰਜ਼ਾ ਲੈ ਗਏ ਕਿਸਾਨਾਂ ਦਾ? ਕੀ ਕਿਸਾਨਾਂ ਨੂੰ ਇਨਸਾਫ ਮਿਲ ਗਿਆ? ਇਹ ਸਾਰੀਆਂ ਚੀਜ਼ਾਂ ਤਾਂ ਤੁਸੀਂ ਜਾਣੋ ਨਾ।
ਉਹਦੀ ਆਉਣ ਨਾਲ ਕਿਤੇ ਉਹ ਦੁੱਧ ਨਾਲ ਧੋ ਨਹੀਂ ਦਿੱਤੀ ਆਪਾਂ ਕਾਂਗਰਸ, ਨੀਤੀਆਂ ਤੇ ਉਹੀ ਹੈ ਜੋ ਰਹਿਣੀਆਂ ਸੀ। ਹਾਂ ਇਹ ਹੈ ਇੰਨਾ ਫਰਕ ਪੈ ਗਿਆ ਵੀ ਮੈਂ ਉੱਥੇ ਸਵੇਰ ਤੋਂ ਆਈ ਹਾਂ, ਮੇਰੇ ਖਿਆਲ ਸਾਰੇ ਰਾਜ ਕੰਧਾਂ ਬਣਾਈਆਂ ਹੋਈਆਂ ਲਾ ਲਾ ਕੇ ਬੋਰਡ ਉਹਦੇ। पंजाब इस ਵੇਲੇ 'ਚ ਰੁੱਖ ਹੁਣ ਦੇ ਖਾਸ ਅਤੇ ਤਾज़ा सियासी हालातों के ਵੱਲ। देखिए हिसार हमारा जो एविएशन हब है उसमें कैसे डिफेंस का MRO आए, ख़ास तौर पर ट्रांसपोर्टर प्लेन्स जो डिफेंस के हैं वो नॉर्थ इंडिया में 400 किलोमीटर तक कोई भी उनका MRO आज के दिन नहीं है। और मेरी एक सोच है कि हिसार एयरपोर्ट को हम आज के दिन सिविलियन साइड पे तो डेवलप करें, मगर उसके साथ मेंटेनेंस का, रीऑलिंग एंड ओवरऑलिंग का देश का ही नहीं एशिया पैसिफिक का सबसे बड़ा हम उसको जंक्शन बनाएं, और तभी जाकर हिसार और हिसार के इर्द गिर्द का विकास हम होता देखेंगे। और उसके लिए डिफेंस मिनिस्टर से भी और एविएशन मिनिस्टर से भी यही मुलाकात थी कि मिलकर ये जो प्रोसेस है इसको एक्सपेडाइट किया जाए। उनकी तरफ से आशंका थी क्योंकि हेलीकॉप्टर का MRO जो है वो 400 किलोमीटर के रेडियस में आता है, मगर हेलीकॉप्टर स्पेसिफिक नहीं, हमें तो इंडियन एयरफोर्स के बड़े फ्लीट्स, पैसेंजर ट्रांसपोर्ट प्लेन्स, इनके भी अगर मेंटेनेंस का कार्य मिलता है तो हिसार अपने आप में विकसित होगा। क्योंकि सिरसा एयरफोर्स बेस और अम्बाड़ा एयरफोर्स बेस, चंडीगढ़ बठिंडा एयरफोर्स बेस और दिल्ली और आसपास लगते हुए तमाम एयरफोर्स बेसेस लगभग 40 से 45 किलोमीटर के फ्लाइंग रेडियस में है। और उसके साथ साथ एविएशन मिनिस्टर से यही बातचीत हुई है कि उड़ान स्कीम के अंदर जो हमारी 4 और एयर स्ट्रिप्स हैं हिसार को छोड़ के, उसको भी कनेक्टिविटी दी जाए। और ख़ास तौर पर जैसे जयपुर का रूट है, जम्मू का रूट है, अमृतसर का रूट है, जो हाई ट्रांसपोर्ट वाइबल रूट्स है, उसके अंदर भी बड़े प्लेन्स की परमिशन दी जाए। विकास के ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਦੀਆਂ ਪੋਲਾਂ ਕੁਝ ਘੰਟੇ ਦੇ ਮੀਂਹ ਹੀ ਖੋਲ ਦਿੰਦੇ ਨੇ ਤੇ ਅੱਜ ਦਾ ਨਹੀਂ ਇਹ ਦੇਸ਼ ਦਾ ਇਤਿਹਾਸ ਬਣਦਾ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਵੱਡੇ ਵੱਡੇ ਦਾਅਵੇ ਵਿਕਾਸ ਦੇ ਕੀਤੇ ਜਾਂਦੇ ਨੇ, ਪਰ ਇਹਨਾਂ ਵਿਕਾਸ ਕਾਰਜਾਂ ਦੀ ਪੋਲ ਉਦੋਂ ਖੁੱਲ ਜਾਂਦੀ ਹੈ ਜਦੋਂ ਅਸਮਾਨ ਤੋਂ ਪਾਣੀ ਵਰਸਦਾ ਏ ਤੇ ਪਾਣੀ ਸਰਕਾਰ ਦੇ ਕੀਤੇ ਹੋਏ ਲੀਪਾ ਪੋਚੀ ਵਾਲੇ ਕੰਮਾਂ ਦੇ ਉੱਤੋਂ ਸਾਰੇ ਪਰਦੇ ਚੱਕ ਦਿੰਦਾ ਹੈ। ਜੀ ਹਾਂ, ਇਸੇ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਵਿੱਚੋਂ ਵਿਖਾਵਾਂਗੇ। ਹਾਲਾਂਕਿ ਲੁਧਿਆਣਾ ਨੂੰ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਲਿਆਂਦਾ ਗਿਆ ਸੀ, ਪਰ ਸਮਾਰਟ ਸਿਟੀ ਦੇ ਹਾਲਾਤ ਕੀ ਨੇ ਪੰਜਾਬ ਦੀ, ਉਹ ਤੁਸੀਂ ਵੇਖੋ। ਰੋਡ ਦੇ ਉੱਤੇ ਬੁੱਢੇ ਨਾਲੇ ਦਾ ਪਾਣੀ ਫਿਰ ਰਿਹਾ, ਇਹ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ, ਜਿਸ ਤੋਂ ਕਿ ਬਹੁਤ ਵੱਡੀਆਂ ਬਿਮਾਰੀਆਂ ਪੈਦਾ ਹੋਣ ਦੀ ਕਗਾਰ ਦੇ ਉੱਤੇ ਨੇ। ਹਾਲਾਂਕਿ ਪਹਿਲਾਂ ਹੀ ਇਸ ਬੁੱਢੇ ਨਾਲੇ ਦੀ ਗੰਦਗੀ ਦੇ ਕਾਰਨ ਆਲੇ ਦੁਆਲੇ ਦੇ ਰਹਿਣ ਵਾਲੇ ਲੋਕ ਬਹੁਤ ਦੁਖੀ ਨੇ, ਪਰ ਜਿਸ ਤਰ੍ਹਾਂ ਇਹ ਪਾਣੀ ਲੋਕਾਂ ਦੇ ਘਰਾਂ ਦੇ ਵੱਲ ਪਹੁੰਚ ਰਿਹਾ, ਇਸ ਤੋਂ ਇਹ ਸਾਫ਼ ਹੈ ਕਿ ਪ੍ਰਸ਼ਾਸਨ ਆਪਣੀ ਕਾਰਗੁਜ਼ਾਰੀ ਕਿੱਥੋਂ ਤੱਕ ਨਿਭਾ ਰਿਹਾ ਹੈ। ਇਹ ਤਸਵੀਰਾਂ ਉਸ ਚੀਜ਼ ਨੂੰ ਸਾਫ਼ ਕਰ ਰਹੀਆਂ ਨੇ। ਬਹੁਤ ਭੀੜ-ਭਾੜ ਵਾਲਾ ਇਲਾਕਾ ਦੱਸਿਆ ਜਾਂਦਾ ਹੈ, ਜੋ ਕਿ ਲੁਧਿਆਣਾ ਦਾ ਕਾਂਟਾਘਰ ਚੌਂਕ ਕਿਹਾ ਜਾਂਦਾ। ਇਸ ਕਾਂਟਾਘਰ ਚੌਂਕ ਦੀਆਂ ਵੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਕਿਸ ਤਰ੍ਹਾਂ ਵੱਡੇ ਵੱਡੇ ਟੋਏ ਨੇ, ਟਰਾਲੀਆਂ ਤੇ ਟਰੱਕ ਇਸਾਂ ਟੋਇਆਂ ਦੇ ਵਿੱਚ ਫਸਦੇ ਜਾ ਰਹੇ ਨੇ ਤੇ ਪ੍ਰਸ਼ਾਸਨ ਦੇ ਦਾਅਵੇ ਅਤੇ ਵਾਅਦੇ ਸਭ ਦੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਦੇ ਵੱਲੋਂ ਸਮਾਰਟ ਸਿਟੀ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਵਿਕਾਸ ਕੀਤਾ ਗਿਆ। ਮਤਲਬ ਇਹਨਾਂ ਨੂੰ ਅਸੀਂ ਕਹਿਣਾ ਤਾਂ ਕਹਿ ਕੇ ਤਾਂ ਅਸੀਂ ਥੱਕ ਗਏ ਹਾਂ। ਹੁਣ ਤਾਂ ਮਤਲਬ ਇਹ ਬੇਨਤੀਆਂ ਕਰ ਕਰਕੇ ਥੱਕ ਗਏ ਹਾਂ। ਹਰ ਸਾਲ ਦੀ ਤਰ੍ਹਾਂ ਅੱਜ ਜਿਹੜੀ ਆ ਉਹ ਮੌਨਸੂਨ ਦੀ ਪਹਿਲੀ ਬਾਰਿਸ਼ ਆ ਇਹ, ਔਰ ਇਹਦੇ ਵਿੱਚ ਜਿਹੜੇ ਆ ਇਲਾਕੇ ਦੇ MLA ਦੇ ਔਰ ਇਲਾਕੇ ਦੇ ਕੌਂਸਲਰਾਂ ਦੇ ਪੋਲ ਖੁੱਲ੍ਹਦੇ ਨਜ਼ਰ ਆ ਰਹੇ ਆ। ਬੜੀਆਂ ਉਮੀਦਾਂ ਦੇ ਨਾਲ ਅਸੀਂ ਕੌਂਸਲਰ ਚੁਣੇ ਸੀਗੇ, ਬੜੀਆਂ ਉਮੀਦਾਂ ਦੇ ਨਾਲ ਅਸੀਂ MLA ਤਾਂ ਅਸੀਂ ਤਰਸ ਦੇ ਆਧਾਰ ਤੇ ਪਿਛਲੇ 6 ਵਾਰ ਤੋਂ ਅਸੀਂ ਤਰਸ ਦੇ ਆਧਾਰ ਤੇ MLA ਚੁਣਦੇ ਆ ਰਹੇ ਹਾਂ ਪਾਂਡੇ ਸਾਹਿਬ ਨੂੰ, ਔਰ ਉਹਨਾਂ ਦੀ ਕੋਈ ਇਲਾਕੇ ਨੂੰ ਦੇਣ ਨਹੀਂ ਹੈਗੀ। ਲੇਕਿਨ ਮੈਂ ਕਹਿਣਾ ਚਾਹੁੰਦਾ ਵਾਂ ਕਿ ਇੱਥੇ ਦੇ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਵਾ ਉਹ ਵੰਡੀਆਂ ਜਾ ਰਹੀਆਂ ਵਾ ਇਸ ਬੁੱਢੇ ਨਾਲੇ ਤੋਂ। ਇਹਨੂੰ ਕਿਤੇ ਨਾ ਕਿਤੇ MLA ਸਾਹਿਬ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਆਪਣੇ ਕੋਠੀ 'ਚੋਂ ਆਪਣੇ ਮਹਿਲ 'ਚੋਂ ਜਿਹੜੀ ਤੁਸੀਂ ਕਹਿੰਦੇ ਹੋ ਮੈਂ 300 ਗਜ ਦੀ ਕੋਠੀ ਬਣਾਈ ਹੋਈ ਆ, ਉਹਦੇ 'ਚੋਂ ਬਾਹਰ ਨਿਕਲੋ, ਆ ਕੇ ਸਾਡੇ ਗਰੀਬਾਂ ਦਾ ਹਾਲ ਦੇਖੋ ਕੀ ਆ। ਅਸੀਂ ਕਿੰਨਾ ਹਾਲਾਤਾਂ ਦੇ ਵਿੱਚ ਜੀਣ ਲਈ ਮਜਬੂਰ ਹੋ ਰਹੇ ਹਾਂ। ਸਾਡੇ ਬੱਚੇ ਕਿਸ ਹਾਲਾਤ ਦੇ ਵਿੱਚ ਅੱਜ ਬਿਮਾਰੀਆਂ ਦੇ ਨਾਲ ਅਸੀਂ ਲੜ ਰਹੇ ਹਾਂ ਇਸ ਬੁੱਢੇ ਨਾਲੇ ਦੇ, ਸਿਰਫ ਇੱਕ ਬੁੱਢੇ ਨਾਲੇ ਦੇ ਕਾਰਨ। ਔਰ ਤੁਸੀਂ ਜਿਹੜਾ ਹੈ ਉਹ ਆਪਣੀ ਕੋਠੀ ਦੇ ਵਿੱਚ ਆਰਾਮ ਕਰ ਰਹੇ ਹੋ। ਮੈਂ ਬੇਨਤੀ ਕਰਦਾ ਵੀ ਆ ਕੇ ਸਾਡਾ ਹਾਲ ਦੇਖੋ, ਅਸੀਂ ਕਿੰਨਾ ਹਾਲਾਤਾਂ ਦੇ ਵਿੱਚ ਜੀ ਰਹੇ ਹਾਂ। ਕੀ ਕਹਿਣਾ ਚਾਹੋਗੇ? ਲਗਾਤਾਰ ਬਾਰਿਸ਼ਾਂ ਹੁੰਦੀਆਂ ਨੇ, ਹਰ ਸਾਲ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ। ਬੜੀ ਬੇਸ਼ਰਮੀ ਦੀ ਗੱਲ ਹੈ ਲੁਧਿਆਣਾ ਦੇ ਨਗਰ ਨਿਗਮ ਦੇ ਅਫਸਰਾਂ ਵਾਸਤੇ। ਔਰ ਮਹਿਜ 2 ਘੰਟੇ ਦੀ ਬਰਸਾਤ ਤੋਂ ਬਾਅਦ ਜਿਹੜਾ ਸਟੋਰਮ ਸੀਵਰੇਜ ਪੈਣ ਦੀ ਗੱਲ ਹੋ ਰਹੀ ਸੀ, ਇਹ ਸਟੋਰਮ ਸੀਵਰੇਜ ਸਾਡੇ ਸਟਰੋਂਗ ਖੱਡੇ ਜ਼ਰੂਰ ਬਣ ਗਏ ਇੱਥੇ, ਔਰ ਲੋਕਾਂ ਨੂੰ ਖਾਮਿਆਜਾ ਭੁਗਤਣਾ ਪਿਆ। 2 ਅੱਜ ਟਰੱਕ ਔਰ ਇੱਕ ਟਰੈਕਟਰ ਟਰਾਲੀ ਇਹਦੇ ਵਿੱਚ ਗਿਰ ਗਏ ਆ।
ਲੋਕਾਂ ਦੀ ਜਾਨ ਤੇ ਮਾਲ ਦੇ ਉੱਪਰ ਬੜਾ ਵੱਡਾ ਨੁਕਸਾਨ ਪਹੁੰਚ ਸਕਦਾ ਸੀ। ਕਾਰਪੋਰੇਸ਼ਨ ਦੇ ਅਧਿਕਾਰੀ ਪਤਾ ਨਹੀਂ ਕਿਹੜੀ ਗੁੰਮ ਕਰ ਨਹੀਂ ਸੁੱਤੇ ਆ ਕਿ ਬਾਰ-ਬਾਰ ਉਹਨਾਂ ਨੂੰ ਆਗਾਹ ਕਰਨ ਦੇ ਬਾਵਜੂਦ ਇੱਥੇ ਪੱਕੀ ਸੜਕ ਨਹੀਂ ਬਣਵਾ ਰਹੇ। ਤਾਂ ਮੈਨੂੰ ਲੱਗਦਾ ਵੀ ਜਿੰਨਾ ਇਹਨਾਂ ਨੇ ਕੰਮ ਪੈਂਡਿੰਗ ਕੀਤਾ ਹੋਇਆ ਸੀ ਔਰ ਜਿਹੜਾ ਅੱਜ ਬਾਰਿਸ਼ ਨੇ ਕੰਮ ਖਰਾਬ ਕਰਤਾ, ਉਹਨੇ ਜਨਤਾ ਦੇ ਪੈਸੇ ਨੂੰ ਹੋਰ ਵਿਅਰਥ ਕਰਕੇ ਇਹਨਾਂ ਨੇ ਉੱਪਰ ਪੈਸੇ ਲਾਣੇ ਪੈਣੇ ਮਿੱਟੀ ਪਾਉਣ ਦੇ ਵਿੱਚ। ਇਹ ਕੋਈ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਜਾ ਰਿਹਾ। ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ, ਮੇਅਰ ਸਾਹਿਬ ਨੂੰ ਜ਼ਰੂਰ ਇਸ ਰੋਡ ਦਾ ਨਿਰੀਖਣ ਖੁਦ ਕਰਕੇ ਸਮੇਂ ਰੋਡ ਤੇ ਆ ਕੇ ਇਹਦੇ 'ਚ ਆਪਣਾ ਦਖਲ ਦੇਣਾ ਚਾਹੀਦਾ। ਉਧਰ ਪੰਜਾਬ ਬੀਤੇ ਕਈ ਦਿਨਾਂ ਤੋਂ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੀ ਚੱਲਦਿਆਂ ਪੰਜਾਬ ਦੇ ਵਿੱਚ ਬਹੁਤ ਲੰਬੇ ਬਿਜਲੀ ਦੇ ਕੱਟ ਨਜ਼ਰ ਆਉਂਦੇ ਨੇ। ਇਹਨਾਂ ਬਿਜਲੀ ਕੱਟਾਂ ਦੇ ਦਰਮਿਆਨ ਕਈ ਥਰਮਲ ਪਲਾਂਟ ਖਰਾਬ ਹੋਏ ਤੇ ਕਈ ਥਰਮਲ ਪਲਾਂਟਾਂ ਦੀਆਂ ਯੂਨਿਟਾਂ ਬੰਦ ਹੋਈਆਂ। ਪਰ ਬੀਤੇ ਦਿਨਾਂ ਦੇ ਵਿੱਚ ਪਏ ਮੀਂਹ ਦੇ ਕਾਰਨ ਕਿਤੇ ਨਾ ਕਿਤੇ ਕਿਸਾਨਾਂ ਵਾਲੇ ਪੱਖ ਤੋਂ ਤਾਂ ਸੁੱਖ ਦਾ ਸਾਹ ਰਿਹਾ ਹੈ, ਪਰ ਇੱਕ ਥਰਮਲ ਪਲਾਂਟ ਹੋਰ ਬੰਦ ਕਰ ਦਿੱਤਾ ਗਿਆ। ਜੀ ਹਾਂ, ਰੂਪਨਗਰ ਦੇ ਥਰਮਲ ਪਲਾਂਟ ਦੀਆਂ 3 ਯੂਨਿਟਾਂ ਬੰਦ ਕਰ ਦਿੱਤੀਆਂ ਗਈਆਂ ਨੇ। ਦੱਸਦੀ ਕਿ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਮਿਲੀ ਹੈ, ਜਿਸ ਦੇ ਚੱਲਦਿਆਂ PSPCL ਦੇ ਵੱਲੋਂ ਬਿਜਲੀ ਦੀ ਘਟੀ ਮੰਗ ਨੂੰ ਦੇਖਦੇ ਹੋਏ ਰੋਪੜ ਥਰਮਲ ਪਲਾਂਟ ਦੇ 3 ਯੂਨਿਟ ਬੰਦ ਕਰ ਦਿੱਤੇ ਗਏ ਨੇ। ਥਰਮਲ ਪਲਾਂਟ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 03, 04 ਅਤੇ 05 ਨੰਬਰ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਤੇ ਸੂਤਰਾਂ ਦੀ ਮੰਨੀਏ ਤਾਂ ਬਾਰਿਸ਼ ਤੋਂ ਬਾਅਦ ਮੌਸਮ ਦੇ ਵਿੱਚ ਆਈ ਠੰਡਕ ਦੇ ਕਾਰਨ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਘਟੀ ਹੈ, ਜਿਸ ਦੇ ਚੱਲਦਿਆਂ ਮੈਨੇਜਮੈਂਟ ਦੀ ਵੱਲੋਂ ਰੋਪੜ ਦੇ ਥਰਮਲ ਪਲਾਂਟ ਦੇ 3 ਯੂਨਿਟ ਬੰਦ ਕਰ ਦਿੱਤੇ ਗਏ ਨੇ। ਜਿਸ ਤੋਂ ਬਾਅਦ ਬੀਤੀ ਸਵੇਰ ਤੋਂ ਹੀ ਸਵੇਰੇ 7:20 ਦੇ ਕਰੀਬ ਤੋਂ ਜਿਹੜੇ 4 ਨੰਬਰ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ 5 ਨੰਬਰ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਤੇ ਕੁਝ ਹੀ ਸਮੇਂ ਤੋਂ ਬਾਅਦ 3 ਨੰਬਰ ਯੂਨਿਟ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਸਮੇਂ ਸਿਰਫ 6 ਨੰਬਰ ਯੂਨਿਟ 160 ਮੈਗਾਵਾਟ ਬਿਜਲੀ ਜਿਹੜੀ ਹੈ ਉਤਪਾਦਨ ਕਰ ਰਿਹਾ ਹੈ, ਜਿਸ ਦੇ ਨਾਲ ਬਿਜਲੀ ਮੰਗ ਪੂਰੀ ਹੋ ਰਹੀ ਹੈ। ਇਹ ਅਕਸਰ ਸੁਣਿਆ ਹੋਵੇਗਾ ਕਿ ਮਜਬੂਰੀ ਬਹੁਤ ਕੁਝ ਸਿਖਾ ਦਿੰਦੀ ਹੈ, ਜਾਂ ਕਹਿ ਦਈਏ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ। ਪਰ ਜਦੋਂ ਛੋਟੀਆਂ ਉਮਰਾਂ ਦੇ ਵਿੱਚ ਸਿਰਾਂ ਦੇ ਉੱਤੇ ਮਜਬੂਰੀਆਂ ਪੈ ਜਾਣ ਤਾਂ ਅਜਿਹੇ ਦੌਰ ਦੇ ਵਿੱਚ ਜਦੋਂ ਖੁਦ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ ਤਾਂ ਉਹ ਜ਼ਰੂਰ ਬਹੁਤ ਕੁਝ ਸਿਖਾ ਦਿੰਦੀ ਹੈ। ਤਸਵੀਰਾਂ ਵਿਖਾਵਾਂਗੇ। ਮਾਸੂਮ ਲੁਧਿਆਣਾ ਦੇ ਸ਼ਹਿਰ ਦਾ ਰਹਿਣ ਵਾਲਾ ਹੈ। ਹਾਲਾਂਕਿ ਸ਼ਹਿਰ ਦੇ ਵਿੱਚ ਬਹੁਤ ਵੱਡੇ ਕਾਰੋਬਾਰ ਵੇਖਣ ਨੂੰ ਮਿਲਦੇ ਨੇ, ਪਰ ਇਹ ਮਾਸੂਮ ਅੱਜ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਆਪਣਾ ਕਾਰੋਬਾਰ ਕਰ ਰਿਹਾ ਹੈ। ਜੀ ਹਾਂ, ਇਸ ਛੋਟੀ ਉਮਰ ਦੇ ਬੱਚੇ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਛੋਟੀ ਉਮਰ ਦੇ ਵਿੱਚ ਹੀ ਉਸਦੇ ਨਿੱਕੇ ਮੋਟਿਆਂ ਦੇ ਉੱਤੇ ਪਰਿਵਾਰ ਦਾ ਵੱਡਾ ਭਾਰ ਪੈ ਗਿਆ। ਜਿਸ ਉਮਰ ਦੇ ਵਿੱਚ ਸਕੂਲ ਜਾਣਾ ਸੀ ਤੇ ਮੋਢਿਆਂ ਦੇ ਉੱਤੇ ਪੜ੍ਹਾਈ ਵਾਲੇ ਬੈਗ ਦਾ ਵਜ਼ਨ ਹੋਣਾ ਸੀ, ਕਿਤਾਬਾਂ ਪੜ੍ਹਨੀਆਂ ਸੀ, ਉਸ ਉਮਰ ਦੇ ਵਿੱਚ ਰੇਹੜੀ ਲਾ ਕੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਬੱਚੇ ਨੇ ਆਪਣੇ ਪੱਧਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬੱਚੇ ਨੇ ਦੱਸਿਆ ਕਿ ਉਹ ਆਪਣੀ ਭੈਣਾਂ ਅਤੇ ਮਾਤਾ ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦਾ, ਇਸ ਕਰਕੇ ਆਪ ਹੀ ਕੰਮ ਕਰ ਰਿਹਾ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਸਨੇ ਮਜਬੂਰੀ ਦੇ ਚੱਲਦਿਆਂ ਆਪਣੀ ਪੜ੍ਹਾਈ ਵੀ ਅੱਧ ਵਿਚਕਾਰ ਛੱਡ ਦਿੱਤੀ ਹੈ। ਲੋਕ ਤਰਸ ਦੇ ਆਧਾਰ ਤੇ ਉਸਦੀ ਮਦਦ ਕਰਨਾ ਚਾਹੁੰਦੇ ਨੇ, ਪਰ ਉਹ ਆਪਣੀ ਮਿਹਨਤ ਦੇ ਸਦਕਾ ਘਰ ਦਾ ਖਰਚਾ ਚਲਾਉਣਾ ਚਾਹੁੰਦਾ ਹੈ। ਇਸ ਬੱਚੇ ਦੀ ਜ਼ੁਬਾਨੀ ਹੀ ਤੁਹਾਨੂੰ ਸੁਣਾਉਂਦੇ ਹਾਂ ਕਿ ਆਖਿਰਕਾਰ ਇਸ ਬੱਚੇ ਦਾ ਜਜ਼ਬਾ ਕੀ ਹੈ। ਕੀ ਨਾਮ ਬੇਟਾ? ਜੋਧਾ। ਕੀ ਕਰਦੇ ਹੋ ਤੁਸੀਂ ਤੇ ਕੀ ਕਿਉਂ ਕਰਦੇ ਹੋ? ਵੇਲਪੁਰੀ। ਡੈਡੀ ਹੈਂਡੀ ਪੂਰਾ ਹੋ ਗਿਆ। ਕਦੋਂ ਹੋਇਆ? ਹਾਂਜੀ 5 ਮਹੀਨੇ ਹੋ ਗਏ। ਕੀ ਹੋਇਆ ਜੀ? ਕੋਈ ਪ੍ਰੋਬਲਮ? ਅਟੈਕ ਹੋ ਗਿਆ ਸੀ। ਮੋਬਾਈਲ ਵੀ ਨਹੀਂ ਹੈਗੀ ਸੀ, ਅੱਧੇ ਅਟੈਕ ਹੋ ਗਏ ਆ। ਹਾਂਜੀ। ਉਸ ਤੋਂ ਤੁਸੀਂ ਇਹ ਬੇਲਪੁਰੀ ਵਿੱਚ ਲੱਗ ਗਏ? ਹਾਂਜੀ। ਤੇਰਾ ਦਾਦਾ ਪੋਤਾ ਖਰਚਾ ਕਰ ਦਿੰਦਾ। ਘਰ ਦੇ ਵਿੱਚ ਹੋਰ ਕੌਣ ਕੌਣ ਹੈ? ਇੱਕ ਮੰਮੀ, 2 ਭੈਣਾਂ। ਤੇ ਘਰ ਮੰਮੀ ਨਹੀਂ ਕੰਮ ਕਰਦੇ? ਉਹਨਾਂ ਨੇ ਨਹੀਂ ਕਰਨ ਦੇਣਾ, ਆਪ ਆਪਣੀ ਭੈਣਾਂ ਨੂੰ ਮਾਂ ਨੂੰ ਰੋਟੀ ਆਪੇ ਖਵਾਉਣੀ ਆ। ਨਾ ਭੈਣਾਂ ਨੂੰ ਕੰਮ ਕਰਦਾ ਨਾ ਮੰਮੀ? ਹਾਂਜੀ। ਤੇ ਕਿੱਦਾਂ ਖਰਚਾ ਫਿਰ ਘਰੇ ਕਿੱਦਾਂ ਚੱਲਦਾ? ਥੋੜਾ ਦਾਦਾ ਖਰਚ ਲੈਂਦਾ, ਥੋੜਾ ਮੈਂ ਚਲਾ ਲੈਂਦਾ। ਕਿੰਨੀ ਉਮਰ ਤੁਹਾਡੀ? 9 ਸਾਲ ਦੀ। ਭੈਣਾਂ ਦੀ ਉਮਰ ਕਿੰਨੀ? 11 ਸਾਲ ਦੀ, ਇੱਕ 6 ਸਾਲ ਦੀ। ਉਹ ਕੀ ਕਰਦੇ? ਪੜ੍ਹਦੇ ਸੀ ਸਾਰੇ? ਨਹੀਂ। ਪੜ੍ਹਦੇ ਕਿਉਂ ਨਹੀਂ? ਉਹ ਕਹਿੰਦੇ ਪੜ੍ਹਨ ਨੂੰ ਮਨ ਕਰਦਾ, ਫਿਰ ਡੈਡੀ ਪੂਰਾ ਹੋ ਗਿਆ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇਹਨਾਂ ਹੀ ਫਿਲਮ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।